ਮੇਰਾ 14 ਸਾਲ ਦਾ ਭਾਂਜਾ ਘਰ ਦਾ ਸੌਦਾ ਲਿਆ ਕੇ ਦਿੰਦਾ ਤਾਂ ਹਰ ਰੋਜ਼ ਉਸ ਨਾਲ 20 ਰੁਪਏ ਦੀ ਫਟਕੜੀ ਵੀ ਲੈ ਕੇ ਆਉਂਦਾ। ਸ਼ਰਮ ਦੀ ਮਾਰੀ ਮੈਂ ਉਸ ਕੋਲੋਂ ਇਸ ਦੀ ਵਜ੍ਹਾ ਨਹੀਂ ਪੁੱਛ ਸਕੀ ਕਿ ਉਹ ਫਟਕੜੀ ਕਿਉਂ ਲਿਆਉਂਦਾ ਹੈ ਤੇ ਫਟਕੜੀ ਕਿਚਨ ਦੇ ਕੈਬਿਨ ਵਿੱਚ ਮੈਂ ਰੱਖ ਦਿੰਦੀ। 1 ਮਹੀਨੇ ਬਾਅਦ ਕਿਚਨ ਵਿੱਚ ਫਟਕੜੀ ਦਾ ਢੇਰ ਲੱਗ ਗਿਆ। ਆਖਿਰ ਇੱਕ ਦਿਨ ਮੈਂ ਆਪਣੇ ਭਾਂਜੇ ਕੋਲੋਂ ਫਟਕੜੀ ਲਿਆਉਣ ਦੀ ਵਜ੍ਹਾ ਪੁੱਛੀ ਤਾਂ ਮੇਰੇ ਹੋਸ਼ ਹੀ ਉੱਡ ਗਏ। ਇੱਕ ਦਿਨ ਦਰਦ ਨਾਲ ਮੇਰਾ ਬੁਰਾ ਹਾਲ ਸੀ। ਮੇਰੀ ਇਹੋ ਜਿਹੀ ਹਾਲਤ ਸੀ ਕਿ ਮੇਰੇ ਕੋਲੋਂ ਘਰ ਦਾ ਕੋਈ ਵੀ ਕੰਮ ਨਹੀਂ ਸੀ ਹੋ ਰਿਹਾ। ਝਾੜੂ ਲੱਗਣ ਵਾਲਾ ਸੀ, ਕੱਪੜਿਆਂ ਦਾ ਢੇਰ ਵੀ ਪਿਆ ਸੀ, ਕੱਪੜੇ ਧੋਣ ਵਾਲੇ ਸਨ। ਇਹ ਸਾਰਾ ਕੰਮ ਨਾ ਵੀ ਕਰਦੀ ਤਾਂ ਕੋਈ ਗੱਲ ਨਹੀਂ, ਪਰ ਖਾਣਾ ਵੀ ਬਣਾਉਣ ਵਾਲਾ ਸੀ ਤੇ ਖਾਣਾ ਬਣਾਉਣਾ ਹੀ ਇੱਕ ਅਜਿਹਾ ਕੰਮ ਸੀ ਜਿਹੜਾ ਮੈਨੂੰ ਟਾਈਮ ਨਾਲ ਕਰਨਾ ਪੈਂਦਾ ਸੀ, ਚਾਹੇ ਕਿੰਨੀ ਵੀ ਤਕਲੀਫ ਕਿਉਂ ਨਾ ਹੋਵੇ। ਮੈਂ ਘਰ ਵਿੱਚ ਆਪਣੇ ਘਰ ਵਾਲੇ ਦੇ ਨਾਲ ਰਹਿੰਦੀ ਸੀ। ਮੇਰੀ ਸ਼ਾਦੀ ਨੂੰ ਕਾਫੀ ਸਮਾਂ ਹੋ ਚੁੱਕਾ ਸੀ, ਮਗਰ ਸਾਡੇ ਕੋਈ ਔਲਾਦ ਨਹੀਂ ਸੀ। ਔਲਾਦ ਲਈ ਤਰਸ ਰਹੀ ਸੀ ਮੈਂ। ਮੇਰੇ ਪਤੀ ਦੀ ਰਿਪੋਰਟ ਸਹੀ ਨਹੀਂ ਸੀ, ਇਸ ਵਜ੍ਹਾ ਕਰਕੇ ਉਹ ਵੀ ਚੁੱਪ ਹੀ ਰਹਿੰਦੇ ਸਨ, ਵਰਨਾ ਉਹ ਮੈਨੂੰ ਛੱਡ ਕੇ ਦੂਸਰਾ ਵਿਆਹ ਕਰ ਚੁੱਕੇ ਹੁੰਦੇ। ਐਨੀ ਜ਼ਿਆਦਾ ਵੀ ਦਿੱਕਤ ਨਹੀਂ ਸੀ, ਉਹ ਥੋੜੀ ਬਹੁਤ ਦਵਾਈ ਨਾਲ ਠੀਕ ਹੋ ਸਕਦੀ ਸੀ, ਪਰ ਮੇਰੇ ਪਤੀ ਦਵਾਈ ਖਾਣ ਵਿੱਚ ਖੁਸ਼ ਨਹੀਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਦਵਾਈ ਖਾਣਾ ਉਹਨਾਂ ਦੀ ਹੇਠੀ ਹੈ। ਮੇਰੀ ਸੱਸ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਨੁਕਸ ਮੇਰੇ ਪਤੀ ਵਿੱਚ ਹੈ। ਜ਼ਿੰਦਗੀ ਇਵੇਂ ਹੀ ਲੰਘ ਰਹੀ ਸੀ। ਮੇਰਾ ਪਤੀ ਸਵੇਰੇ ਕੰਮ ਤੇ ਚਲਾ ਜਾਂਦਾ ਤੇ ਸ਼ਾਮ ਨੂੰ ਦੇਰ ਘਰ ਨਾਲ ਵਾਪਸ ਆਉਂਦਾ। ਮੈਂ ਸਾਰਾ ਦਿਨ ਘਰ ਵਿੱਚ ਇਕੱਲੀ ਹੀ ਬੈਠੀ ਰਹਿੰਦੀ। ਘਰ ਦਾ ਸਾਰਾ ਸੌਦਾ ਵੀ ਮੈਂ ਆਪ ਹੀ ਲਿਆਉਂਦੀ ਅਤੇ ਮੇਰੇ ਪਤੀ ਘਰ ਦਾ ਅਜਿਹਾ ਕੋਈ ਵੀ ਕੰਮ ਨਾ ਕਰਦੇ। ਮੇਰੇ ਨਾਲ ਵੀ ਘੱਟ ਵੱਧ ਹੀ ਬੋਲਦੇ। ਪਤਾ ਨਹੀਂ ਉਹਨਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ, ਅੱਜ ਤੱਕ ਮੈਨੂੰ ਸਮਝ ਨਹੀਂ ਆਇਆ। ਇਹ ਬਿਲਕੁਲ ਖਾਮੋਸ਼ ਰਹਿੰਦੇ ਸੀ, ਆਪਣੇ ਅੰਦਰ ਦੇ ਰਾਜ ਕਿਸੇ ਨੂੰ ਨਹੀਂ ਸੀ ਦੱਸਣਾ ਚਾਹੁੰਦੇ, ਸ਼ਾਇਦ ਆਪਣੀ ਪਤਨੀ ਨੂੰ ਵੀ ਨਹੀਂ। ਪਰ ਇਹਨਾਂ ਤੇ ਮੈਂ ਸਮਝ ਗਈ ਸੀ ਕਿ ਉਹ ਆਪਣੀ ਔਲਾਦ ਨਾ ਹੋਣ ਦੀ ਵਜ੍ਹਾ ਕਰਕੇ ਪਰੇਸ਼ਾਨ ਰਹਿੰਦੇ ਹਨ। ਸ਼ਾਇਦ ਕਦੀ ਜ਼ਾਹਿਰ ਨਹੀਂ ਕੀਤਾ, ਪਰ ਅੰਦਰ ਹੀ ਅੰਦਰ ਆਪਣੇ ਆਪ ਨੂੰ ਕਸੂਰਵਾਰ ਸਮਝਦੇ ਸਨ। ਕੁਝ ਸਮੇਂ ਬਾਅਦ ਮੇਰੀ ਵੀ ਤਬੀਅਤ ਖਰਾਬ ਰਹਿਣ ਲੱਗੀ। ਨਾਭੀ ਦੇ ਹੇਠਾਂ ਪੇਟ ਵਿੱਚ ਮੇਰੇ ਦਰਦ ਉੱਠਦਾ। 2-3 ਮਹੀਨੇ ਤੱਕ ਤਾਂ ਇਹ ਦਰਦ ਹਲਕਾ ਸੀ, ਪਰ ਹੌਲੀ-ਹੌਲੀ ਇਹ ਦਰਦ ਵਧਣਾ ਸ਼ੁਰੂ ਹੋ ਗਿਆ। ਸਵੇਰੇ ਤਾਂ ਇੰਨਾ ਦਰਦ ਨਾ ਹੁੰਦਾ, ਪਰ ਜਿਵੇਂ-ਜਿਵੇਂ ਸ਼ਾਮ ਹੁੰਦੀ ਦਰਦ ਮੇਰਾ ਵੱਧਦਾ ਜਾਂਦਾ, ਜਿਸ ਕਰਕੇ ਮੇਰੇ ਲਈ ਬਿਸਤਰ ਵਿੱਚੋਂ ਉੱਠਣਾ ਔਖਾ ਹੋ ਜਾਂਦਾ। ਮੈਂ 2-3 ਵਾਰ ਆਪਣੇ ਪਤੀ ਨੂੰ ਇਸ ਬਾਰੇ ਦੱਸਿਆ, ਪਰ ਉਹਨਾਂ ਨੇ ਮੇਰੇ ਵੱਲ ਕੋਈ ਧਿਆਨ ਨਾ ਦਿੱਤਾ। ਮੈਂ ਵੀ ਖਾਮੋਸ਼ੀ ਨਾਲ ਦਰਦ ਬਰਦਾਸ਼ਤ ਕਰਦੀ ਰਹੀ ਤੇ ਗੋਲੀ ਖਾ ਲੈਂਦੀ ਤੇ ਉੱਠ ਪੈਂਦੀ। ਮੈਨੂੰ ਸਭ ਤੋਂ ਵੱਡੀ ਪਰੇਸ਼ਾਨੀ ਇਹ ਸੀ ਕਿ ਮੇਰੀ ਕੋਈ ਔਲਾਦ ਨਹੀਂ ਸੀ। ਜੇ ਮੈਂ ਬਿਮਾਰ ਵੀ ਪੈ ਜਾਵਾਂ ਤਾਂ ਮੇਰਾ ਖਿਆਲ ਰੱਖਣ ਵਾਲਾ ਘਰ ਵਿੱਚ ਕੋਈ ਨਹੀਂ ਸੀ। ਜੇ ਮੇਰੇ ਪਤੀ ਬਿਮਾਰ ਹੋ ਜਾਣ ਤਾਂ ਮੈਂ ਉਹਨਾਂ ਦਾ ਖਿਆਲ ਰੱਖਦੀ ਸੀ, ਪਰ ਮੈਨੂੰ ਤਾਂ ਕੋਈ ਪਾਣੀ ਦਾ ਘੁੱਟ ਵੀ ਦੇਣ ਵਾਲਾ ਨਹੀਂ ਸੀ। ਇੱਕ ਦਿਨ ਅਚਾਨਕ ਦੂਜੇ ਸ਼ਹਿਰ ਤੋਂ ਮੇਰੀ ਵੱਡੀ ਭੈਣ ਆ ਗਈ। ਉਹ ਕਿਸੇ ਵਿਆਹ ਤੇ ਆਈ ਹੋਈ ਸੀ ਤੇ ਆਉਂਦੇ-ਆਉਂਦੇ ਮੇਰੇ ਘਰ ਵੀ ਆ ਗਈ। ਉਹ ਮੈਨੂੰ ਦੇਖ ਕੇ ਬੜੀ ਪਰੇਸ਼ਾਨ ਹੋ ਗਈ। ਸ਼ਾਮ ਦਾ ਸਮਾਂ ਸੀ, ਮੇਰਾ ਦਰਦ ਵੱਧਦਾ ਜਾ ਰਿਹਾ ਸੀ। ਉਹਨੇ ਮੈਨੂੰ ਪੁੱਛਿਆ ਕਿ ਤੇਰਾ ਕੀ ਹਾਲ ਹੈ ਤੇ ਤੂੰ ਆਪਣਾ ਕੀ ਹੁਲੀਆ ਬਣਾਇਆ ਹੋਇਆ ਹੈ। ਮੈਂ ਸਾਰੀ ਗੱਲ ਉਸ ਨੂੰ ਦੱਸੀ। ਉਹਨਾਂ ਨੇ ਦੇਖਿਆ ਕਿ ਦਰਦ ਨਾਲ ਮੇਰਾ ਰੰਗ ਪੀਲਾ ਪੈ ਚੁੱਕਾ ਸੀ। ਮੇਰੀ ਦੀਦੀ ਨੇ ਜਦੋਂ ਮੇਰੀ ਕਹਾਣੀ ਸੁਣੀ ਤਾਂ ਉਹ ਸੋਚਾਂ ਵਿੱਚ ਪੈ ਗਈ। ਫਿਰ ਦੀਦੀ ਨੇ ਮੈਨੂੰ ਕਿਹਾ ਕਿ ਮੈਂ ਜਲਦੀ ਵਿੱਚ ਹਾਂ, ਮੇਰੀ ਟ੍ਰੇਨ ਦੀ ਟਿਕਟ ਹੈ, ਮੈਨੂੰ ਜਾਣਾ ਹੀ ਪੈਣਾ ਹੈ। ਜੇ ਸਾਡੇ ਘਰ ਵਿੱਚ ਕੋਈ ਵੱਡਾ ਹੁੰਦਾ ਬੱਚੇ ਸੰਭਾਲਣ ਲਈ ਤਾਂ ਮੈਂ ਤੇਰੇ ਕੋਲ ਰੁਕ ਜਾਂਦੀ, ਪਰ ਹੁਣ ਮੈਨੂੰ ਜਾਣਾ ਹੀ ਪੈਣਾ ਹੈ ਤੇ ਤੈਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੀ, ਪਰ ਮੈਂ ਮਜਬੂਰ ਹਾਂ। ਫਿਰ ਉਹਨਾਂ ਨੂੰ ਖਿਆਲ ਆਇਆ ਕਿ ਉਹਨਾਂ ਦੇ ਨਾਲ 14 ਸਾਲ ਦਾ ਬੇਟਾ ਵੀ ਆਇਆ ਹੋਇਆ ਸੀ। ਦੀਦੀ ਦੇ ਬੇਟੇ ਦਾ ਨਾਮ ਰਵੀ ਸੀ। ਦੀਦੀ ਨੇ ਕਿਹਾ, ਮੈਂ ਤੇ ਨਹੀਂ ਰੁਕ ਸਕਦੀ, ਪਰ ਆਪਣੇ ਬੇਟੇ ਨੂੰ ਤੇਰੇ ਕੋਲ ਛੱਡ ਕੇ ਜਾ ਰਹੀ ਹਾਂ। ਡਾਕਟਰ ਕੋਲੋਂ ਦਵਾਈ ਵੀ ਲਿਆ ਦੇਵੇਗਾ ਤੇ ਤੇਰੇ ਘਰ ਦਾ ਕੰਮ ਵੀ ਕਰ ਦੇਵੇਗਾ, ਤੇਰਾ ਧਿਆਨ ਰੱਖੇਗਾ।
ਰਵੀ ਨੂੰ ਅਜੇ ਜੂਨ ਜੁਲਾਈ ਦੀਆਂ ਛੁੱਟੀਆਂ ਹਨ, ਸੋ ਇਹ ਰਹਿ ਸਕਦਾ ਹੈ ਤੇਰੇ ਕੋਲ ਤੇ ਮੈਂ ਇਸ ਦੇ ਕੱਪੜੇ ਬਾਅਦ ਵਿੱਚ ਭੇਜ ਦੇਵਾਂਗੀ। ਮੇਰੀ ਭੈਣ ਨੂੰ ਮੇਰਾ ਫਿਕਰ ਸੀ, ਇਸ ਕਰਕੇ ਆਪਣੇ ਬੇਟੇ ਨੂੰ ਮੇਰੇ ਕੋਲ ਛੱਡ ਗਈ। ਜਦੋਂ ਮੈਂ ਅਖੀਰ ਵਾਰ ਰਵੀ ਨੂੰ ਦੇਖਿਆ ਸੀ ਤਾਂ ਉਦੋਂ ਉਹ 10 ਸਾਲ ਦਾ ਸੀ। ਹੁਣ ਉਹ ਵੱਡਾ ਹੋ ਚੁੱਕਾ ਸੀ। ਹਾਈਟ ਵੀ ਵੱਡੇ ਮੁੰਡਿਆਂ ਵਾਂਗੂ ਹੀ ਲੱਗਦੀ ਸੀ ਤੇ ਨਾਲ ਦੀ ਨਾਲ ਉਹ ਸਮਝਦਾਰ ਵੀ ਬਹੁਤ ਸੀ, ਪਰ ਉਹ ਮੇਰੇ ਨਾਲ ਜ਼ਿਆਦਾ ਘੁਲਿਆ ਮਿਲਿਆ ਨਹੀਂ ਸੀ। ਖੈਰ, ਰਵੀ ਨੇ ਮੇਰੇ ਘਰ ਰਹਿਣਾ ਸ਼ੁਰੂ ਕਰ ਦਿੱਤਾ ਤੇ ਦੀਦੀ ਦੇ ਕਹਿਣ ਉੱਤੇ ਮੈਨੂੰ ਡਾਕਟਰ ਦੇ ਕੋਲ ਲੈ ਗਿਆ। ਰਿਕਸ਼ੇ ਤੇ ਅਸੀਂ ਦੋਵੇਂ ਮਾਸੀ ਭਾਂਜਾ ਡਾਕਟਰ ਦੇ ਕੋਲ ਗਏ। ਜਦੋਂ ਮੇਰੀ ਵਾਰੀ ਆਈ ਤਾਂ ਮੈਂ ਰਵੀ ਨੂੰ ਵੀ ਨਾਲ ਲੈ ਕੇ ਅੰਦਰ ਚਲੀ ਗਈ, ਪਰ ਡਾਕਟਰ ਨੇ ਮੇਰਾ ਅਲਟਰਾਸਾਊਂਡ ਕਰਕੇ ਮੈਨੂੰ ਇੱਕ ਅਜੀਬ ਜਿਹੀ ਬਿਮਾਰੀ ਬਾਰੇ ਦੱਸਿਆ। ਕਿਹਾ ਕਿ ਇਹ ਬਿਮਾਰੀ ਵੱਧਦੀ ਉਮਰ ਦੇ ਨਾਲ ਲੱਗ ਜਾਂਦੀ ਹੈ। ਇਸ ਬਿਮਾਰੀ ਵਿੱਚ 2 ਤਰ੍ਹਾਂ ਦੀਆਂ ਤਕਲੀਫਾਂ ਹੁੰਦੀਆਂ ਹਨ। ਇੱਕ ਤਾਂ ਔਲਾਦ ਦਾ ਹੋਣਾ ਔਖਾ ਹੋ ਜਾਂਦਾ ਹੈ ਤੇ ਇਸ ਦੇ ਨਾਲ ਦੂਜਾ ਦਰਦ ਵੀ ਬਹੁਤ ਰਹਿੰਦੀ ਹੈ। ਇਸ ਬਿਮਾਰੀ ਨੂੰ ਐਂਡੋਮੈਟਰੀਓਸਿਸ ਕਹਿੰਦੇ ਹਨ। ਜੇ ਤਾਂ ਔਰਤ ਦੀ ਪਹਿਲਾਂ ਔਲਾਦ ਹੋਵੇ ਤਾਂ ਫਿਰ ਬੱਚੇਦਾਨੀ ਕੱਢ ਦਿੱਤੀ ਜਾਂਦੀ ਹੈ। ਜੇ ਔਲਾਦ ਨਹੀਂ ਤਾਂ ਫਿਰ ਔਰਤ ਨੂੰ ਬਹੁਤ ਤਕਲੀਫ ਸਹਿਣੀ ਪੈਂਦੀ ਹੈ। ਜਾਂ ਤਾਂ ਔਰਤ ਗੋਲੀਆਂ ਦਾ ਇਸਤੇਮਾਲ ਕਰੇ, ਪਰ ਇਹ ਗੋਲੀਆਂ ਖਾਣ ਨਾਲ ਔਰਤ ਪੂਰੀ ਤਰ੍ਹਾਂ ਬਾਂਝ ਹੋ ਜਾਂਦੀ ਹੈ। ਅਜਿਹੀ ਔਰਤ ਲਈ ਆਪਰੇਸ਼ਨ ਹੀ ਇੱਕ ਹੱਲ ਹੈ, ਕਿਉਂਕਿ ਤੁਹਾਨੂੰ ਔਲਾਦ ਨਹੀਂ ਹੈ, ਇਸ ਕਰਕੇ ਤੁਹਾਨੂੰ ਗੋਲੀਆਂ ਨਹੀਂ ਅਸੀਂ ਦੇ ਸਕਦੇ। ਮੈਂ ਤਾਂ ਕਹਾਂਗੀ ਤੁਸੀਂ ਆਪਰੇਸ਼ਨ ਹੀ ਕਰਾ ਲਓ। ਇਸ ਦੇ ਵਿੱਚ 1 ਲੱਖ ਦਾ ਖਰਚਾ ਆਵੇਗਾ। ਆਪਰੇਸ਼ਨ ਤੋਂ ਬਾਅਦ ਤੁਹਾਨੂੰ ਇਸ ਤਕਲੀਫ ਤੋਂ ਛੁਟਕਾਰਾ ਮਿਲ ਜਾਵੇਗਾ ਤੇ ਰੱਬ ਨੇ ਚਾਹਿਆ ਤਾਂ ਔਲਾਦ ਵੀ ਹੋ ਜਾਵੇਗੀ। 1 ਲੱਖ ਦਾ ਸੁਣ ਕੇ ਮੈਨੂੰ ਤਾਂ ਸੱਪ ਹੀ ਸੁੰਘ ਗਿਆ, ਕਿਉਂਕਿ ਐਨੀ ਮਹਿੰਗਾਈ ਵਿੱਚ ਪੇਟ ਭਰਨਾ ਹੀ ਬੜਾ ਮੁਸ਼ਕਲ ਸੀ। ਉੱਤੋਂ ਇਸ ਗੱਲ ਨੂੰ ਸੁਣ ਕੇ ਮੈਂ ਬਹੁਤ ਪਰੇਸ਼ਾਨ ਹੋਈ। ਮੈਂ ਚੁੱਪ ਕਰਕੇ ਬਿਨਾਂ ਕੁਝ ਕਹੇ ਡਾਕਟਰ ਨੂੰ ਉੱਥੋਂ ਬਾਹਰ ਆ ਗਈ ਤੇ ਸਾਰੇ ਰਾਹ ਹੀ ਪਰੇਸ਼ਾਨ ਰਹੀ, ਜਿਸ ਨਾਲ ਮੇਰੀ ਹਾਲਤ ਹੋਰ ਵੀ ਖਰਾਬ ਹੋ ਗਈ। ਜਦੋਂ ਮੇਰੀ ਤਕਲੀਫ ਜ਼ਿਆਦਾ ਵੱਧ ਗਈ ਤਾਂ ਰਵੀ ਨੇ ਮੈਨੂੰ ਗੋਲੀ ਤੇ ਪਾਣੀ ਦਿੱਤਾ। ਇਹ ਖਾ ਕੇ ਤੁਸੀਂ ਆਰਾਮ ਕਰ ਲਓ। ਮੈਂ ਗੋਲੀ ਖਾ ਕੇ ਲੇਟ ਗਈ, ਪਰ ਮੇਰੇ ਦਿਮਾਗ ਵਿੱਚ ਇਹ ਸੀ ਕਿ ਘਰ ਦਾ ਸਾਰਾ ਕੰਮ ਹੋਣ ਵਾਲਾ ਹੈ, ਖਾਣਾ ਵੀ ਬਣਨ ਵਾਲਾ ਹੈ, ਸ਼ਾਮ ਦੀ ਚਾਹ ਵੀ ਬਣਾਉਣੀ ਸੀ। ਮੈਂ ਅਜੇ ਸੋਚ ਹੀ ਰਹੀ ਸੀ ਕਿ ਰਵੀ ਚਾਹ ਦਾ ਕੱਪ ਲੈ ਕੇ ਆ ਗਿਆ। ਚਾਹ ਪੀ ਕੇ ਮੈਨੂੰ ਥੋੜਾ ਜਿਹਾ ਆਰਾਮ ਮਹਿਸੂਸ ਹੋਇਆ। ਮੇਰੇ ਦਿਮਾਗ ਵਿੱਚ ਆਇਆ ਕਿ ਅਜੇ ਤਾਂ ਬਰਤਨ ਵੀ ਧੋਣ ਵਾਲੇ ਹਨ। ਮੈਂ ਉੱਠ ਕੇ ਕਿਚਨ ਵਿੱਚ ਗਈ ਤਾਂ ਦੇਖਿਆ ਰਵੀ ਨੇ ਉਹ ਬਰਤਨ ਧੋ ਦਿੱਤੇ ਸਨ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ, ਪਰ ਉਹਨੇ ਮੈਨੂੰ ਕਿਹਾ ਕਿ ਮੈਨੂੰ ਆਦਤ ਹੈ, ਮੈਂ ਆਪਣੀ ਮਾਂ ਨਾਲ ਕੰਮ ਕਰਾਉਣਾ ਹਾਂ, ਤੇ ਨਾਲ ਹੀ ਕਿਹਾ ਤੁਹਾਨੂੰ ਖਾਣਾ ਬਣਾਉਣ ਦੀ ਕੋਈ ਜ਼ਰੂਰਤ ਨਹੀਂ, ਮੈਨੂੰ ਪੈਸੇ ਦੇਵੋ, ਮੈਂ ਬਾਜ਼ਾਰ ਵਿੱਚੋਂ ਕੁਝ ਲੈ ਕੇ ਆਉਣਾ ਹਾਂ। ਰਵੀ ਦੀਆਂ ਗੱਲਾਂ ਮੈਨੂੰ ਹੈਰਾਨ ਕਰ ਰਹੀਆਂ ਸਨ। ਇਹ ਛੋਟਾ ਜਿਹਾ ਬੱਚਾ ਕਿੰਨਾ ਸਮਝਦਾਰ ਸੀ, ਜਿਵੇਂ 20-22 ਸਾਲ ਦਾ ਹੋਵੇ। ਕੁਝ ਬੱਚੇ ਉਮਰ ਤੋਂ ਪਹਿਲਾਂ ਹੀ ਸਮਝਦਾਰ ਹੋ ਜਾਂਦੇ ਹਨ। ਰਵੀ ਵੀ ਉਹਨਾਂ ਬੱਚਿਆਂ ਵਿੱਚੋਂ ਸੀ। ਮੈਂ ਕਿਹਾ ਨਹੀਂ, ਮੇਰੇ ਪਤੀ ਨੂੰ ਬਾਜ਼ਾਰ ਦਾ ਖਾਣਾ ਪਸੰਦ ਨਹੀਂ ਹੈ, ਮੈਂ ਖਾਣਾ ਘਰ ਹੀ ਬਣਾ ਲਊਂ ਕਿ ਤੂੰ ਬਸ ਮੈਨੂੰ ਬਾਜ਼ਾਰ ਵਿੱਚੋਂ ਸੌਦਾ ਲਿਆ ਦੇ। ਰਵੀ ਜਦੋਂ ਸੌਦਾ ਲੈ ਕੇ ਘਰ ਵਾਪਿਸ ਆਇਆ ਤਾਂ ਮੈਂ ਦੇਖਿਆ ਸੌਦੇ ਦੇ ਵਿੱਚ 20 ਰੁਪਏ ਦੀ ਫਟਕੜੀ ਵੀ ਸੀ। ਮੈਂ ਬਹੁਤ ਪਰੇਸ਼ਾਨ ਹੋਈ ਕਿ ਰਵੀ ਫਟਕੜੀ ਕਿਉਂ ਲੈ ਕੇ ਆਇਆ ਹੈ, ਪਰ ਮੈਂ ਉਸ ਨੂੰ ਕੁਝ ਪੁੱਛ ਨਾ ਸਕੀ। ਮੈਨੂੰ ਲੱਗਾ ਉਹ ਗਲਤੀ ਨਾਲ ਲੈ ਆਇਆ, ਪਰ ਅਜਿਹਾ ਇੱਕ ਵਾਰੀ ਨਹੀਂ ਹੋਇਆ ਸੀ। ਜਦੋਂ ਵੀ ਮੈਂ ਉਸ ਨੂੰ ਬਾਜ਼ਾਰ ਸੌਦਾ ਲੈਣ ਭੇਜਦੀ ਤਾਂ ਉਹ ਫਟਕੜੀ ਜ਼ਰੂਰ ਲੈ ਕੇ ਆਉਂਦਾ। ਮੈਂ ਬਹੁਤ ਹੈਰਾਨ ਸੀ ਕਿ ਰਵੀ ਫਟਕੜੀ ਕਿਉਂ ਲਿਆਉਂਦਾ ਹੈ। ਮੈਂ ਚੁੱਪਚਾਪ ਫਟਕੜੀ ਕਿਚਨ ਦੇ ਕੈਬਿਨ ਵਿੱਚ ਰੱਖ ਦਿੰਦੀ, ਪਰ ਉਸ ਕੋਲੋਂ ਪੁੱਛਣ ਦੀ ਹਿੰਮਤ ਨਹੀਂ ਸੀ ਕਰਦੀ ਕਿ ਉਹ ਫਟਕੜੀ ਕਿਉਂ ਲਿਆਉਂਦਾ ਹੈ। ਇੱਕ ਵਾਰੀ ਹੁੰਦਾ ਤਾਂ ਮੈਂ ਸੋਚਦੀ ਸ਼ਾਇਦ ਗਲਤੀ ਨਾਲ ਹੋ ਗਿਆ, ਪਰ ਇਹ ਤਾਂ ਰੋਜ਼ ਦਾ ਕੰਮ ਹੋ ਗਿਆ ਸੀ। ਰਵੀ ਦੇ ਆਉਣ ਨਾਲ ਮੈਨੂੰ ਹੀ ਨਹੀਂ ਸਗੋਂ ਮੇਰੇ ਪਤੀ ਨੂੰ ਵੀ ਆਸਾਨੀ ਹੋਈ ਸੀ। ਉਹਨਾਂ ਨੇ ਵੀ ਜੇ ਕੁਝ ਮੰਗਵਾਉਣਾ ਹੁੰਦਾ ਤਾਂ ਰਵੀ ਨੂੰ ਭੇਜ ਦਿੰਦੇ। ਮੈਂ ਸੋਚ ਰਹੀ ਸੀ ਕਿ ਔਲਾਦ ਦਾ ਕਿੰਨਾ ਸੁੱਖ ਹੁੰਦਾ ਹੈ, ਪਰ ਔਲਾਦ ਨਾ ਹੋਣ ਦਾ ਦੁੱਖ ਸ਼ਾਇਦ ਹੀ ਕੋਈ ਸਮਝ ਸਕਦਾ ਹੈ,
ਕਿ ਉਹ ਲੋਕ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਰਹੇ ਹੁੰਦੇ ਹਨ। ਮੇਰੇ ਪਤੀ ਵਿੱਚ ਵੀ ਕੁਝ ਕਮੀਆਂ ਸਨ, ਪਰ ਹੁਣ ਮੇਰੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਸ਼ੁਰੂ ਹੋ ਗਈਆਂ ਸਨ। ਮੈਨੂੰ ਆਪਰੇਸ਼ਨ ਲਈ 1 ਲੱਖ ਰੁਪਈਆ ਚਾਹੀਦਾ ਸੀ, ਜੋ ਮੈਂ ਚਾਹ ਕੇ ਵੀ ਨਹੀਂ ਸੀ ਕਰ ਸਕਦੀ, ਤੇ ਗੋਲੀਆਂ ਮੈਂ ਖਾਣਾ ਨਹੀਂ ਸੀ ਚਾਹੁੰਦੀ। ਜਿੱਥੇ ਰਵੀ ਦੇ ਆਉਣ ਨਾਲ ਸਾਨੂੰ ਕਾਫੀ ਆਸਾਨੀ ਹੋਈ ਸੀ, ਪਰ ਉੱਥੇ ਹੀ ਇੱਕ ਵੱਡਾ ਮਸਲਾ ਖੜਾ ਹੋ ਗਿਆ ਸੀ। ਉਹ ਸੀ ਫਟਕੜੀ ਦਾ। ਮੈਂ ਸੁਣਿਆ ਸੀ ਕਿ ਫਟਕੜੀ ਔਰਤਾਂ ਦੇ ਕਈ ਬਿਮਾਰੀਆਂ ਵਿੱਚ ਇਸਤੇਮਾਲ ਕੀਤੀ ਜਾਂਦੀ ਹੈ। ਇਸ ਕਰਕੇ ਮੈਂ ਰਵੀ ਕੋਲੋਂ ਸਿੱਧਾ ਕੁਝ ਨਹੀਂ ਸੀ ਪੁੱਛ ਸਕਦੀ, ਕਿਉਂਕਿ ਮੈਨੂੰ ਸ਼ਰਮ ਆਉਂਦੀ ਸੀ। ਇਸ ਕਰਕੇ ਮੈਂ ਰਵੀ ਨੂੰ ਕੁਝ ਨਹੀਂ ਪੁੱਛਿਆ ਕਿ ਉਹ ਫਟਕੜੀ ਕਿਉਂ ਲੈ ਕੇ ਆਉਂਦਾ ਹੈ। ਮੈਨੂੰ ਸ਼ਰਮ ਆਉਂਦੀ ਸੀ। ਮੈਨੂੰ ਲੱਗਾ ਕਿ ਸ਼ਾਇਦ ਉਸਨੇ ਮੇਰੀ ਅਤੇ ਡਾਕਟਰ ਦੀ ਗੱਲ ਸੁਣ ਲਈ ਹੈ। ਪਰ ਫਿਰ ਇੱਕ ਦਿਨ ਹਿੰਮਤ ਕਰਕੇ ਮੈਂ ਰਵੀ ਨੂੰ ਪੁੱਛ ਹੀ ਲਿਆ, ਉਹ ਫਟਕੜੀ ਰੋਜ਼ ਕਿਉਂ ਲੈ ਕੇ ਆਉਂਦਾ ਹੈ। ਉਸਨੇ ਮੈਨੂੰ ਅਜਿਹੀ ਗੱਲ ਦੱਸੀ ਕਿ ਮੈਂ ਸੁਣ ਕੇ ਹੈਰਾਨ ਰਹਿ ਗਈ ਤੇ ਆਪਣੇ ਕਮਰੇ ਵਿੱਚ ਵਾਪਸ ਆ ਗਈ। ਰਵੀ ਦੀਆਂ ਗੱਲਾਂ ਬਾਰੇ ਸੋਚਣ ਲੱਗੀ। ਇਸ ਦਾ ਮਤਲਬ ਸੀ ਕਿ ਉਹ ਰਾਤ ਨੂੰ ਮੇਰੀ ਅਤੇ ਮੇਰੇ ਪਤੀ ਦੀਆਂ ਗੱਲਾਂ ਸੁਣਦਾ ਸੀ। ਮੈਨੂੰ ਅਜੀਬ ਜਿਹੀ ਸ਼ਰਮਿੰਦਗੀ ਨੇ ਘੇਰ ਲਿਆ। ਮੈਂ ਰਵੀ ਦੀਆਂ ਗੱਲਾਂ ਸੁਣ ਕੇ ਇੱਥੋਂ ਤੱਕ ਸ਼ਰਮਿੰਦਾ ਹੋ ਗਈ ਕਿ ਮੇਰਾ ਦਿਲ ਕਰਿਆ ਕਿ ਜ਼ਮੀਨ ਫਟ ਜਾਵੇ ਤੇ ਮੈਂ ਉਸ ਵਿੱਚ ਸਮਾ ਜਾਵਾਂ। ਮੇਰੇ ਦਿਮਾਗ ਵਿੱਚ ਵੀ ਨਹੀਂ ਸੀ ਕਿ ਉਹ ਮੇਰੇ ਇਸ ਰਾਜ ਨੂੰ ਜਾਣ ਲਵੇਗਾ, ਜਿਹਨੂੰ ਮੈਂ ਸਭ ਤੋਂ ਲੁਕੋ ਕੇ ਰੱਖਦੀ ਸੀ। ਉਸਨੇ ਮੇਰੇ ਅਤੇ ਮੇਰੇ ਪਤੀ ਦੀਆਂ ਗੱਲਾਂ ਸੁਣ ਲਈਆਂ ਸਨ, ਇਸ ਕਰਕੇ ਉਹਨੂੰ ਵੀ ਪਤਾ ਸੀ। ਇਸ ਲਈ ਉਹ ਰੋਜ਼ਾਨਾ ਫਟਕੜੀ ਲੈ ਕੇ ਆਉਂਦਾ ਸੀ, ਪਰ ਕਹਿਣ ਦੀ ਹਿੰਮਤ ਨਹੀਂ ਸੀ ਕਰਦਾ ਕਿ ਮੈਂ ਰੋਜ਼ਾਨਾ ਇਸਤੇਮਾਲ ਕਰਾਂ। ਮੈਂ ਇੰਨੀ ਪਰੇਸ਼ਾਨ ਸੀ, ਪਹਿਲਾਂ ਤਾਂ ਔਲਾਦ ਨਾ ਹੋਣ ਦਾ ਦੁੱਖ, ਉੱਤੋਂ ਇਹ ਪਰੇਸ਼ਾਨੀ ਤੇ ਸ਼ਰਮਿੰਦਗੀ। ਥੋੜੀ ਦੇਰ ਬਾਅਦ ਰਵੀ ਨੇ ਮੇਰਾ ਦਰਵਾਜ਼ਾ ਖੜਕਾਇਆ ਤੇ ਉਸਨੇ ਮੈਨੂੰ ਕਿਹਾ ਕਿ ਮੈਂ ਸਵੇਰੇ ਘਰ ਚਲਾ ਜਾਵਾਂਗਾ। ਮੈਨੂੰ ਵੀ ਉਸ ਤੋਂ ਇੰਨੀ ਸ਼ਰਮ ਆ ਰਹੀ ਸੀ ਕਿ ਮੈਂ ਉਸ ਨੂੰ ਰੁਕਣ ਲਈ ਨਹੀਂ ਕਿਹਾ। ਸਵੇਰ ਹੋਈ ਤਾਂ ਰਵੀ ਵਾਪਸ ਚਲਾ ਗਿਆ। ਰਵੀ ਦੇ ਇੱਥੇ ਹੋਣ ਨਾਲ ਜਿੱਥੇ ਬਹੁਤ ਸਾਰੇ ਸੁੱਖ ਸਨ, ਉੱਥੇ ਮੈਨੂੰ ਪਰੇਸ਼ਾਨੀਆਂ ਵੀ ਹੋਣ ਲੱਗੀਆਂ। ਮੈਂ ਕਿਚਨ ਵਿੱਚ ਗਈ ਤੇ ਫਟਕੜੀ ਦੇ ਢੇਰ ਨੂੰ ਡੱਬੇ ਵਿੱਚੋਂ ਕੱਢਿਆ ਤਾਂ ਮੈਨੂੰ ਰਵੀ ਦੀਆਂ ਗੱਲਾਂ ਯਾਦ ਆਉਣ ਲੱਗੀਆਂ। ਮੈਨੂੰ ਅਜੀਬ ਜਿਹਾ ਲੱਗਾ। ਮੇਰਾ ਦਿਲ ਕੀਤਾ ਕਿ ਸਾਰੀ ਫਟਕੜੀ ਚੁੱਕ ਕੇ ਕਚਰੇ ਵਿੱਚ ਸੁੱਟ ਦਿਆਂ। ਫਿਰ ਸੋਚਿਆ ਕਿ ਇਹ ਸਭ ਮੇਰੀ ਭਲਾਈ ਲਈ ਹੀ ਕਹਿ ਰਿਹਾ ਸੀ। ਮੈਂ ਫਿਰ ਫਟਕੜੀ ਚੁੱਕੀ ਤੇ ਨਹਾਉਣ ਵਾਲੇ ਪਾਣੀ ਵਿੱਚ ਪਾ ਦਿੱਤੀ। ਜਦੋਂ ਫਟਕੜੀ ਪਾਣੀ ਵਿੱਚ ਘੁਲ ਗਈ ਤਾਂ ਮੈਂ ਉਸ ਨਾਲ ਇਸ਼ਨਾਨ ਕੀਤਾ। ਮੈਂ ਕਾਫੀ ਟਾਈਮ ਫਟਕੜੀ ਵਾਲੇ ਪਾਣੀ ਨਾਲ ਨਹਾਉਂਦੀ ਰਹੀ। ਹੁਣ ਮੇਰੀ ਬਿਮਾਰੀ ਖਤਮ ਹੁੰਦੀ ਜਾ ਰਹੀ ਸੀ। ਮੈਨੂੰ ਇਹ ਪ੍ਰੋਬਲਮ ਸੀ ਕਿ ਮੇਰੇ ਵਿੱਚੋਂ ਬਹੁਤ ਹੀ ਜ਼ਿਆਦਾ ਪਸੀਨੇ ਦੀ ਬਦਬੂ ਆਉਂਦੀ ਸੀ। ਮੈਂ ਆਪਣੇ ਆਪ ਨੂੰ ਬਹੁਤ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੀ, ਪਰ ਇਹ ਬਦਬੂ ਮੈਨੂੰ ਬਹੁਤ ਤੰਗ ਕਰ ਰਹੀ ਸੀ। ਮੈਂ ਘਰ ਵਿੱਚ ਇਕੱਲੀ ਰਹਿੰਦੀ ਸੀ, ਇਸ ਕਰਕੇ ਬਦਬੂ ਨੂੰ ਜ਼ਿਆਦਾ ਕੋਈ ਮਹਿਸੂਸ ਨਹੀਂ ਸੀ ਕਰ ਰਿਹਾ। ਪਰ ਮੇਰੇ ਪਤੀ ਇਸ ਪ੍ਰੋਬਲਮ ਤੋਂ ਬਹੁਤ ਪਰੇਸ਼ਾਨ ਸੀ। ਮੈਂ ਹਰ ਰਾਤ ਆਪਣੇ ਪਤੀ ਕੋਲ ਸੌਂਦੀ। ਰੋਜ਼ਾਨਾ ਰਾਤ ਨੂੰ ਮੈਂ ਆਪਣੇ ਪਤੀ ਦੇ ਤਾਨੇ ਸੁਣਦੀ ਸੀ। ਉਹ ਕਹਿੰਦਾ ਸੀ ਕਿ ਤੇਰੇ ਕੋਲੋਂ ਬਹੁਤ ਬਦਬੂ ਆਉਂਦੀ ਹੈ। ਇੱਕ ਦਿਨ ਸ਼ਾਇਦ ਰਵੀ ਨੇ ਵੀ ਇਹ ਸਾਡੀਆਂ ਗੱਲਾਂ ਸੁਣ ਲਈਆਂ ਸਨ, ਇਸ ਲਈ ਉਹ ਰੋਜ਼ਾਨਾ ਫਟਕੜੀ ਲੈ ਕੇ ਆਉਂਦਾ ਸੀ, ਪਰ ਸ਼ਰਮ ਦੇ ਮਾਰੇ ਉਹ ਮੈਨੂੰ ਇਹ ਸਭ ਨਹੀਂ ਦੱਸ ਸਕਿਆ। ਰਵੀ ਨੇ ਮੈਨੂੰ ਦੱਸਿਆ ਸੀ ਕਿ ਉਸ ਦਾ ਇੱਕ ਦੋਸਤ ਜਿਸ ਕੋਲੋਂ ਬਹੁਤ ਬਦਬੂ ਆਉਂਦੀ ਸੀ, ਤਾਂ ਕੋਈ ਵੀ ਉਸ ਦੇ ਕੋਲ ਬੈਠਣਾ ਪਸੰਦ ਨਹੀਂ ਸੀ ਕਰਦਾ। ਸਾਰੇ ਉਸ ਤੋਂ ਦੂਰ ਭੱਜਦੇ ਸਨ। ਇਸ ਕਰਕੇ ਇੱਕ ਵਾਰ ਉਹ ਵੈਦ ਕੋਲ ਗਿਆ। ਵੈਦ ਨੇ ਫਟਕੜੀ ਵਾਲੇ ਪਾਣੀ ਨਾਲ ਰੋਜ਼ਾਨਾ ਨਹਾਉਣ ਦੀ ਸਲਾਹ ਦਿੱਤੀ। ਉਹ ਰੋਜ਼ ਇਸ ਪਾਣੀ ਨਾਲ ਨਹਾਉਣ ਲੱਗ ਪਿਆ। ਹੌਲੀ ਹੌਲੀ ਉਸ ਦੀ ਇਹ ਪਰੇਸ਼ਾਨੀ ਦੂਰ ਹੋ ਗਈ। ਹੁਣ ਮੇਰੀ ਵੀ ਕਾਫੀ ਹੱਦ ਤੱਕ ਇਹ ਪ੍ਰੋਬਲਮ ਠੀਕ ਹੋ ਗਈ ਸੀ। ਮੇਰੇ ਪਤੀ ਨੂੰ ਵੀ ਹੁਣ ਮੇਰੇ ਤੋਂ ਬਹੁਤੀ ਸ਼ਿਕਾਇਤ ਨਹੀਂ ਸੀ। ਮੈਂ ਹੈਰਾਨ ਸੀ ਕਿ ਕਿਵੇਂ ਉਹ ਮੇਰਾ ਮਸਲਾ ਸਮਝ ਗਿਆ। ਉਸਨੇ ਮੇਰੀ ਮਦਦ ਕੀਤੀ। ਮੇਰੀ ਔਰਤ ਵਾਲੀਆਂ ਪ੍ਰੋਬਲਮ ਦਾ ਵੀ ਉਸਨੂੰ ਪਤਾ ਸੀ, ਇਸ ਕਰਕੇ ਉਸਨੇ ਫਟਕੜੀ ਲਿਆ ਕੇ ਦਿੱਤੀ। ਰਵੀ ਦੇ ਜਾਣ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਜ਼ਿੰਦਗੀ ਵਿੱਚ ਔਲਾਦ ਦਾ ਹੋਣਾ ਕਿੰਨਾ ਜ਼ਰੂਰੀ ਹੈ। ਔਲਾਦ ਤੋਂ ਬਿਨਾਂ ਜ਼ਿੰਦਗੀ ਕਿੰਨੀ ਸੁੰਨੀ ਹੁੰਦੀ ਹੈ। ਇਹ ਸੋਚਦੇ ਹੋਏ ਮੈਂ ਆਪਣੇ ਸੋਨੇ ਦੇ ਕੰਗਣ ਵੇਚ ਦਿੱਤੇ ਤੇ ਆਪਣਾ ਇਲਾਜ ਕਰਵਾ ਲਿਆ।
ਫਿਰ ਮੇਰੀ ਦੀਦੀ ਨੇ ਮੈਨੂੰ ਵੈਦ ਕੋਲੋਂ ਦਵਾਈ ਲਿਆ ਕੇ ਦਿੱਤੀ ਜੋ ਕਿ ਮੇਰੇ ਪਤੀ ਦੇ ਭੋਜਨ ਵਿੱਚ ਪਾ ਕੇ ਉਸ ਨੂੰ ਦੇਣੀ ਸੀ। ਮੇਰਾ ਪਤੀ ਦਵਾਈ ਨਹੀਂ ਸੀ ਖਾਂਦਾ, ਇਸ ਕਰਕੇ ਚੋਰੀ ਛੁਪੇ ਮੈਂ ਉਸ ਨੂੰ ਖਾਣੇ ਵਿੱਚ ਪਾ ਕੇ ਖਵਾਉਂਦੀ ਰਹੀ। 6 ਮਹੀਨੇ ਦਵਾਈ ਖਾਣ ਤੋਂ ਬਾਅਦ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਮਾਂ ਬਣਨ ਵਾਲੀ ਸੀ। ਮਸਲਾ ਇੰਨਾ ਵੱਡਾ ਨਹੀਂ ਸੀ, ਪਰ ਥੋੜਾ ਜਿਹਾ ਇਲਾਜ ਮੇਰੇ ਪਤੀ ਵੱਲੋਂ ਨਾ ਕਰਵਾਈ ਜਾਣ ਕਰਕੇ ਇੰਨਾ ਵੱਡਾ ਬਣ ਚੁੱਕਾ ਸੀ। ਈਸ਼ਵਰ ਨੇ ਮੇਰੀ ਝੋਲੀ ਭਰ ਦਿੱਤੀ ਤੇ ਮੈਨੂੰ ਬੇਟੇ ਦੀ ਦਾਤ ਦਿੱਤੀ। ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਮੈਨੂੰ ਪਤਾ ਸੀ ਕਿ ਤੂੰ ਮੇਰੇ ਖਾਣੇ ਵਿੱਚ ਦਵਾਈ ਮਿਲਾ ਕੇ ਦਿੰਨੀ ਆ, ਪਰ ਮੈਂ ਚੁੱਪਚਾਪ ਖਾਂਦਾ ਰਿਹਾ ਕਿਉਂਕਿ ਮੈਨੂੰ ਵੀ ਰਵੀ ਦੇ ਜਾਣ ਤੋਂ ਬਾਅਦ ਔਲਾਦ ਦੀ ਕੀਮਤ ਦਾ ਅਹਿਸਾਸ ਹੋਇਆ ਸੀ ਕਿ ਔਲਾਦ ਤੋਂ ਬਿਨਾਂ ਇਨਸਾਨ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ। ਸੋ ਗਾਇਜ਼, ਇਹ ਸੀ ਅੱਜ ਦੀ ਕਹਾਣੀ ਅਗਰ ਤੁਹਾਨੂੰ ਪਸੰਦ ਆਈ ਹੋਵੇ ਤਾਂ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ। ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਨਵੀਂ ਵੀਡੀਓ ਦੇ ਵਿੱਚ।